ਅੰਗਰੇਜ਼ੀ ਸਿੱਖਣ ਦੇ ਚਾਹਵਾਨ ਮੇਰੇ ਸਾਰੇ ਹੀ ਦੋਸਤਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਤੇ ਖਾਸ ਕਰਕੇ ਉਹਨਾਂ ਖਾਸ ਬੱਚਿਆਂ ਨੂੰ ਜੋ ਅੰਗਰੇਜ਼ੀ ਸਿੱਖਣਾ ਚਾਹੁੰਦੇ ਨੇ, ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦਾ। ਅੱਜ ਦਾ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋ ਸਕਦਾ ਹੈ ਦੋਸਤੋ, ਕਿਉਂਕਿ ਇਸ ਵੀਡੀਓ ਦੇ ਵਿੱਚ ਤੁਸੀਂ ਅੱਜ ਇਹੋ ਜਿਹੀਆਂ ਸਮੱਸਿਆਵਾਂ ਦਾ ਨਿਵਾਰਣ ਹੱਲ ਸੁਣੋਗੇ। ਪਹਿਲਾਂ ਉਹਨਾਂ ਸਮੱਸਿਆਵਾਂ ਨੂੰ ਸੁਣੋਗੇ ਤੇ ਫਿਰ ਉਹਨਾਂ ਦਾ ਹੱਲ ਕੀ ਹੋ ਸਕਦਾ ਉਹ ਸੁਣੋਗੇ, ਜਿਸ ਦੇ ਵਿੱਚ ਤੁਸੀਂ ਸਿਰਫ 1 ਮਹੀਨੇ ਦੇ ਵਿੱਚ ਆਪਣੀ ਅੰਗਰੇਜ਼ੀ ਨੂੰ 30% ਤੋਂ ਲੈ ਕੇ 80% ਤੱਕ ਵਧੀਆ ਕਰ ਸਕਦੇ ਹੋ, ਜਿੱਥੇ ਤੁਸੀਂ ਅੱਜ ਖੜੇ ਹੋ। ਬਹੁਤ ਇੰਪੋਰਟੈਂਟ ਵੀਡੀਓ ਹੈ ਤੁਹਾਡੇ ਲਈ ਤੇ ਖਾਸ ਕਰਕੇ ਪੰਜਾਬੀਆਂ ਲਈ, ਕਿਉਂਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਅੱਜ ਸਭ ਤੋਂ ਵੱਡੀ ਸਮੱਸਿਆ ਅੰਗਰੇਜ਼ੀ ਬਣ ਚੁੱਕੀ ਹੈ। ਇੰਟਰਨੈਸ਼ਨਲ ਲੈਂਗੁਏਜ ਹੈਗੀ ਹੈ ਤੇ ਹਰ ਸਰਕਾਰੀ ਜਿਹੜਾ ਐਗਜ਼ਾਮ ਹੈ, ਟੈਸਟ ਹੈ, ਉਹ ਅੰਗਰੇਜ਼ੀ ਦੇ ਵਿੱਚ ਕੀਤਾ ਜਾਂਦਾ ਹੈ। ਤੇ ਸਰਕਾਰੀ ਜਿੰਨੇ ਵੀ ਅਦਾਰੇ ਹੈਗੇ ਹੈ, ਭਾਵੇਂ ਉਹ ਪਬਲਿਕ ਸੈਕਟਰ ਨਾਲ ਜੁੜੇ ਹੋਏ ਨੇ, ਭਾਵੇਂ ਉਹ ਗਵਰਨਮੈਂਟ ਸੈਕਟਰ ਨਾਲ ਜੁੜੇ ਹੋਏ ਨੇ, ਜਾਂ ਫਿਰ ਉਹ ਅਦਾਲਤ ਕਚਹਿਰੀ ਨਾਲ ਕਿਸੇ ਚੀਜ਼ ਵੀ ਨਾਲ, ਪੁਲਿਸ ਨਾਲ ਜੁੜੇ ਹੋਏ ਨੇ, ਜਾਂ ਫਿਰ ਗੈਰ ਸਰਕਾਰੀ ਪੁਲਿਸ ਨਾਲ ਜੁੜੇ ਹੋਏ ਨੇ, ਉਹ ਸਾਰਿਆਂ ਦੇ ਵਿੱਚ ਤੁਹਾਨੂੰ ਅੰਗਰੇਜ਼ੀ ਬਹੁਤ ਇੰਪੋਰਟੈਂਟ ਹੈ, ਯਾਨੀ ਕਿ ਆਫਿਸ ਲੈਂਗੁਏਜ ਬਣ ਚੁੱਕੀ ਹੈ। ਔਰ ਅਗਰ ਤੁਸੀਂ ਵਿਦੇਸ਼ ਜਾਣ ਦੇ ਚਾਹਵਾਨ ਹੋ ਤਾਂ ਆਇਲਸ ਵੀ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਕਰਨੀ ਪੈਂਦੀ ਹੈ। ਪਰ ਪਿਛਲੇ 200 ਸਾਲਾਂ ਤੋਂ, ਲਗਭਗ ਪਿਛਲੇ 200 ਸਾਲਾਂ ਤੋਂ ਅਸੀਂ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ, ਪਰ ਅਸੀਂ ਉਹਦੇ 'ਚ ਸਫਲ ਨਹੀਂ ਹੋਏ ਹਾਂ। ਈਵਨ 8-8, 10-10 ਮਹੀਨੇ, 1-1, 2-2 ਸਾਲ ਲਗਾਉਣ ਤੋਂ ਬਾਅਦ ਵੀ, ਮੋਟੀਆਂ ਫੀਸਾਂ ਪੇ ਕਰਨ ਤੋਂ ਬਾਅਦ ਵੀ, ਰੈਗੂਲਰ ਟਿਊਸ਼ਨ ਸੈਂਟਰ ਤੇ ਜਾਣ ਤੋਂ ਬਾਅਦ ਵੀ, ਗ੍ਰਾਮਰ ਸਿੱਖਣ ਦੇ ਬਾਅਦ ਵੀ, ਮੋਟੀਆਂ ਕਿਤਾਬਾਂ ਪੜ੍ਹਨ ਦੇ ਬਾਅਦ ਵੀ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਹੈ। ਅਸੀਂ ਦਾਅਵਾ ਨਹੀਂ ਕਰ ਸਕਦੇ, ਅਸੀਂ ਕਲੇਮ ਨਹੀਂ ਕਰ ਸਕਦੇ ਕਿ ਅਸੀਂ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣਾ, ਅੰਗਰੇਜ਼ੀ ਸਮਝਣਾ ਜਾਣਦੇ ਹਾਂ। ਕਿਉਂਕਿ ਇਹ ਗੱਲ ਬਹੁਤ ਇੰਪੋਰਟੈਂਟ ਹੈ। ਤੁਸੀਂ ਦਾਅਵਾ ਕਦੋਂ ਕਰ ਸਕਦੇ ਹੋ? ਜਦੋਂ ਤੁਸੀਂ ਕਿਸੇ ਭਾਸ਼ਾ ਦੇ ਉੱਤੇ ਮਹਾਰਤ ਹਾਸਲ ਕਰਦੇ ਹੋ, ਉਦੋਂ ਤੁਹਾਡੇ ਅੰਦਰ ਇੱਕ ਕੌਨਫੀਡੈਂਸ ਬਿਲਡ ਹੁੰਦਾ ਹੈ ਕਿ ਤੁਸੀਂ ਦਾਅਵਾ ਕਰ ਸਕੋ। ਈਵਨ ਸਰਕਾਰੀ, ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਟੀਚਰ ਵੀ ਦਾਅਵਾ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ। ਕਾਰਨ ਕੀ ਹੈ? ਜਿਹੜੇ ਸੈਂਟਰਾਂ ਤੇ ਤੁਸੀਂ 2-2 ਸਾਲ ਲਗਾ ਕੇ ਵੀ ਅੰਗਰੇਜ਼ੀ ਨਹੀਂ ਸਿੱਖ ਪਾ ਰਹੇ, ਕੀ ਤੁਸੀਂ ਦਾਅਵਾ ਕਰ ਪਾ ਰਹੇ ਹੋ ਕਿ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ? ਕੀ ਕਾਰਨ ਹੈ? ਸਿਰਫ ਇੱਕ ਹੀ ਕਾਰਨ ਹੈ। ਮੇਨ ਕਾਰਨ ਨੂੰ ਅਗਰ ਤੁਸੀਂ ਸਮਝ ਗਏ ਤਾਂ ਸਮਝ ਲਓ ਕਿ ਤੁਹਾਨੂੰ 1 ਮਹੀਨੇ ਦੇ ਵਿੱਚ ਓਨੀ ਅੰਗਰੇਜ਼ੀ ਆ ਜਾਏਗੀ ਜੋ ਤੁਸੀਂ ਪਿਛਲੇ 20 ਸਾਲਾਂ 'ਚ ਨਹੀਂ ਸਿੱਖੀ। ਤਾਂ ਉਹ ਮੇਨ ਕਾਰਨ ਦੀ ਗੱਲ ਕਰ ਲਈਏ। ਸਿੱਖਣ ਵਾਲਾ ਸਿੱਖਣਾ ਨਹੀਂ ਚਾਹੁੰਦਾ ਤੇ ਸਿਖਾਉਣ ਵਾਲਾ ਸਿਖਾਉਣਾ ਨਹੀਂ ਚਾਹੁੰਦਾ। ਇਹ ਮੇਨ ਚੀਜ਼ ਹੈਗੀ ਹੈ ਜੋ ਅੰਗਰੇਜ਼ੀ ਦੇ ਰਸਤੇ ਵਿੱਚ ਸਭ ਤੋਂ ਵੱਡਾ ਰੋੜਾ ਬਣ ਕੇ ਖੜੀ ਹੈ। ਹੁਣ ਸਿਖਾਉਣ ਵਾਲਿਆਂ ਦੀ ਗੱਲ ਕਰਦੇ ਹਾਂ। ਪਹਿਲਾ ਪੁਆਇੰਟ ਕਿ ਸਿਖਾਉਣ ਵਾਲਿਆਂ ਨੇ ਇਸ ਨੂੰ ਵਪਾਰ ਬਣਾਇਆ ਹੋਇਆ ਹੈ। ਕੋਈ 5,000 ਰੁਪਇਆ ਮਹੀਨਾ ਲੈ ਰਿਹਾ ਹੈ, ਕੋਈ 10,000 ਰੁਪਇਆ ਮਹੀਨਾ ਲੈ ਰਿਹਾ ਹੈ, ਕੋਈ 12,000 ਰੁਪਇਆ ਮਹੀਨਾ ਲੈ ਰਿਹਾ ਹੈ, ਲੇਕਿਨ 8-10 ਮਹੀਨੇ ਲਗਵਾ ਕੇ ਵੀ ਅੰਗਰੇਜ਼ੀ ਬੋਲਣ ਦਾ ਕੌਨਫੀਡੈਂਸ ਬੱਚਿਆਂ ਦੇ ਵਿੱਚ ਬਿਲਡ ਨਹੀਂ ਕਰ ਪਾ ਰਹੇ ਹੈ। ਬੱਚਿਆਂ ਨੂੰ ਸਿਖਾ ਨਹੀਂ ਪਾ ਰਹੇ ਹੈ, ਡਿਲੀਵਰ ਨਹੀਂ ਕਰ ਪਾ ਰਹੇ ਹੈ। ਕਾਰਨ ਕਿਉਂਕਿ ਕੁਝ ਤਾਂ ਉਹ ਸਿਖਾਣਾ ਨਹੀਂ ਚਾਹੁੰਦੇ ਤੇ ਦੂਸਰਾ ਸਭ ਤੋਂ ਵੱਡੀ ਗੱਲ, ਉਹਨਾਂ ਨੂੰ ਸਿਖਾਣਾ ਵੀ ਨਹੀਂ ਆਉਂਦਾ। ਕਾਰਨ ਦੀ ਗੱਲ ਡਿਟੇਲ 'ਚ ਚੱਲਦੇ ਹਾਂ ਕਿ ਕਿਉਂ ਸਿਖਾਣਾ ਨਹੀਂ ਚਾਹੁੰਦੇ। ਕਿਉਂਕਿ ਤੁਸੀਂ ਉਹਨਾਂ ਲਈ ਇੱਕ ਵਪਾਰ ਹੋ, ਤੁਸੀਂ ਵਿਦਿਆਰਥੀ ਨਹੀਂ ਹੋ ਉਹਨਾਂ ਲਈ, ਤੁਸੀਂ ਇੱਕ ਵਪਾਰ ਹੋ। ਜੇ ਤੁਹਾਨੂੰ ਉਹ 1 ਮਹੀਨੇ ਦੇ ਵਿੱਚ ਸਿਖਾ ਦੇਣਗੇ ਤੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜੋ ਤੁਹਾਡੇ ਤੋਂ ਉਹਨਾਂ ਨੂੰ 5,000, 10,000, 8,000, 12,000, ਈਵਨ ਕਈ ਸੈਂਟਰ ਤਾਂ 25,000 ਵੀ ਚਾਰਜ ਕਰ ਰਹੇ ਆ, ਉਹ ਕਿੱਥੋਂ ਲੈਣਗੇ? ਆਪਣੇ 6 ਮਹੀਨੇ ਦੀ ਇਨਕਮ ਨੂੰ ਕਿਉਂ ਮਾਰਨਗੇ? ਯਾਨੀ ਕਿ ਵਪਾਰਕ ਸਿੱਖਿਅਕ ਨਹੀਂ ਹੋ ਸਕਦਾ। ਇਸ ਕਰਕੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ। ਦੂਸਰੀ ਗੱਲ ਮੈਂ ਜਿਹੜੀ ਕਰ ਰਿਹਾ ਸੀ ਕਿ ਉਹਨਾਂ ਨੂੰ ਸਿਖਾਉਣਾ ਵੀ ਨਹੀਂ ਆਉਂਦਾ, ਡਿਲੀਵਰੀ ਅੱਛੀ ਨਹੀਂ ਹੈ। ਇੱਕ ਟੀਚਰ ਦਾ ਇੱਕ ਆਰਟਿਸਟ ਹੋਣਾ ਬੜਾ ਜ਼ਰੂਰੀ ਹੈ, ਇੱਕ ਮਜ਼ਾਕੀਆ ਹੋਣਾ ਬੜਾ ਜ਼ਰੂਰੀ ਹੈ। ਜੇ ਮੇਰਾ ਗਿਆਨ ਤੁਹਾਡੇ ਕੰਨਾਂ ਤੱਕ ਫਨ ਯਾਨੀ ਕਿ ਮਜ਼ਾਕ ਨਾਲ ਨਹੀਂ ਪਹੁੰਚ ਰਿਹਾ ਤਾਂ ਤੁਸੀਂ ਮੈਨੂੰ ਨਹੀਂ ਸਿੱਖ ਸਕਦੇ, ਮੇਰੀ ਭਾਸ਼ਾ ਨੂੰ ਨਹੀਂ ਸਿੱਖ ਸਕਦੇ, ਮੇਰੇ ਦਿੱਤੇ ਗਿਆਨ ਨੂੰ ਕੋਈ ਕੰਮ ਨਹੀਂ ਲੈ ਸਕਦੇ ਉਸ ਤੋਂ ਜੋ ਮੈਂ ਗਿਆਨ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਜੋ ਸਿੱਖਿਆ, ਜੋ ਨੌਲੇਜ, ਜੋ ਲੈਂਗੁਏਜ ਮੈਂ ਤੁਹਾਨੂੰ ਦੇ ਰਿਹਾ, ਉਹ ਤੁਹਾਡੇ ਬਿਲਕੁਲ ਕੰਮ ਦੀ ਨਹੀਂ ਹੋਏਗੀ। ਤੀਸਰੀ ਗੱਲ, ਕੁਝ ਬੱਚੇ ਵੀ ਜ਼ਿੰਮੇਵਾਰ ਹੈਗੇ ਆ। ਬੱਚੇ ਕੁਝ ਸਿੱਖਣਾ ਵੀ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਏਸੀ ਰੂਮ ਚਾਹੀਦੇ ਨੇ, ਏਸੀ ਇਨਵਾਇਰਨਮੈਂਟ ਚਾਹੀਦਾ ਹੈ, ਸੋਹਣੀਆਂ ਟੀਚਰਾਂ ਚਾਹੀਦੀਆਂ ਨੇ ਜਿਹੜਾ ਉਹਨਾਂ ਦਾ ਟਾਈਮ ਪਾਸ ਕਰਨ, ਉਹਨਾਂ ਨਾਲ WhatsApp ਤੇ ਚੈਟ ਕਰਨ, ਕਲਾਸ ਦੇ ਵਿੱਚ ਵੀ ਤੇ ਕਲਾਸ ਤੋਂ ਬਾਹਰ ਵੀ। ਬੁਰਾ ਨਾ ਮੰਨਣਾ, ਪਰ ਸੱਚਾਈ ਹੈ ਤੇ ਸੱਚਾਈ ਹਮੇਸ਼ਾ ਕੜਵੀ ਹੁੰਦੀ ਹੈ। ਤੇ ਅਸੀਂ ਇਸ ਸਿਸਟਮ ਨੂੰ, ਅੰਗਰੇਜ਼ੀ ਸਿੱਖਣ ਦੇ ਸਿਸਟਮ ਨੂੰ ਖਤਮ ਕਰਨਾ ਚਾਹੁੰਦੇ ਹਾਂ। ਅਸੀਂ ਇੱਕ ਭਗਤ ਸਿੰਘ ਦੀ ਸੋਚ ਲੈ ਕੇ ਚੱਲੇ ਹੋਏ ਹਾਂ। ਭਗਤ ਸਿੰਘ ਨੇ ਅੰਗਰੇਜ਼ਾਂ ਨੂੰ ਇੱਥੋਂ ਭਜਾਇਆ ਸੀ ਤੇ ਅਸੀਂ ਅੰਗਰੇਜ਼ੀ ਦੇ ਡਰ ਨੂੰ ਇੱਥੋਂ ਭਜਾਉਣਾ ਚਾਹੁੰਦੇ ਹਾਂ। ਤੇ ਇਹ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡੀ ਇੱਕ ਵਪਾਰਕ ਸੋਚ ਨਾ ਹੋਵੇ, ਯਾਨੀ ਕਿ ਅੰਗਰੇਜ਼ੀ ਤੋਂ ਅਸੀਂ ਬਿਜ਼ਨਸ ਨਾ ਕਰਨਾ ਚਾਹੁੰਦੇ ਹੋਈਏ। ਇਸੇ ਵਜ੍ਹਾ ਨਾਲ ਅਸੀਂ ਪਰ ਡੇ ਦੀ ਜਿਹੜੀ ਫੀਸ ਹੈ ਉਹ 5 ਰੁਪਏ ਰੱਖੀ ਹੈ 1 ਘੰਟੇ ਦੀ।
ਅਗਰ ਤੁਸੀਂ ਆਨਲਾਈਨ ਸਾਡੇ ਤੋਂ ਪੜ੍ਹਦੇ ਹੋ, ਅਗਰ ਤੁਸੀਂ ਆਫਲਾਈਨ ਸਾਡੇ ਤੋਂ ਪੜ੍ਹਦੇ ਹੋ ਔਰ ਕਿਸੇ 4-5 ਪਿੰਡਾਂ ਦੇ ਵਿੱਚ ਇੱਕ ਛੋਟਾ ਜਿਹਾ ਸੈਂਟਰ ਬਣਾਉਂਦੇ ਹੋ, ਤਾਂ ਸਾਡਾ ਟੀਚਰ 1 ਨਹੀਂ 2 ਨਹੀਂ 3 ਨਹੀਂ 4 ਨਹੀਂ ਪੂਰੇ 5 ਘੰਟੇ ਆ ਕੇ ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚ ਪੜ੍ਹਾਏਗਾ। ਲੇਕਿਨ ਉੱਥੇ ਇੱਕ ਸਟਰੈਂਥ ਅੱਛੀ ਹੋਣੀ ਚਾਹੀਦੀ ਹੈ, ਜਿੰਦੇ ਵਿੱਚ ਅਸੀਂ ਆਪਣੀ ਕਾਬਲੀਅਤ ਨੂੰ ਸ਼ਰੇਆਮ ਦਿਖਾਵਾਂਗੇ ਕਿ ਅਸੀਂ ਅੰਗਰੇਜ਼ੀ ਸਿੱਖ ਨਹੀਂ ਸਕਦੇ ਬਲਕਿ ਸਿਖਾ ਵੀ ਸਕਦੇ ਹਾਂ। 1 ਮਹੀਨੇ ਦੇ ਵਿੱਚ ਤੁਹਾਡਾ ਜਿਹੜਾ ਮਿਆਰ ਹੈ ਅੰਗਰੇਜ਼ੀ ਦਾ ਉਹ 50% ਤੋਂ 80% ਤੱਕ ਲੈ ਕੇ ਜਾਵਾਂਗੇ, ਜਿੰਦੇ ਵਿੱਚ ਤੁਸੀਂ ਸਾਡੇ ਨਾਲ 5 ਘੰਟੇ ਬਿਤਾਓਗੇ। ਦੋਸਤੋ, ਸੈਂਟਰਾਂ ਦੇ ਵਿੱਚ ਜਿਹੜੇ ਲੋਕ ਬੈਠੇ ਐ ਅੰਗਰੇਜ਼ੀ ਸਿਖਾਉਣ ਵਾਸਤੇ, ਉਹ ਡਰਦੇ ਬਾਹਰ ਨਹੀਂ ਆਉਂਦੇ, ਕਿਉਂਕਿ ਉਹਨਾਂ ਦੀ ਕਾਬਲੀਅਤ ਤੁਹਾਡੇ ਸਾਹਮਣੇ ਆ ਜਾਏਗੀ, ਤੁਹਾਡੇ ਮਾਪੇ ਦੇ, ਤੁਹਾਡੇ ਪੜੋਸੀਆਂ ਦੇ ਸਾਹਮਣੇ ਆ ਜਾਏਗੀ। ਕਿਉਂਕਿ ਬਾਹਰ ਜਦ ਕੋਈ ਸਵਾਲ ਪੁੱਛੇਗਾ ਤੇ ਉਸ ਸਵਾਲ ਦਾ ਜਦੋਂ ਉਹਨਾਂ ਤੋਂ ਜਵਾਬ ਨਾ ਦਿੱਤਾ ਗਿਆ ਤਾਂ ਉਸ ਤੋਂ ਬਚਣ ਲਈ ਉਹਨਾਂ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ, ਇੱਕ ਸੈਂਟਰ ਵਿੱਚ ਕੈਦ ਕੀਤਾ ਹੋਇਆ ਹੈ, ਯਾਨੀ ਕਿ ਉਹ ਉਹੀ ਤੁਹਾਨੂੰ ਪੜਾਣਗੇ ਜੋ ਉਹ ਜਾਣਦੇ ਹੈ। ਅਚਾਨਕ ਆਈ ਕੋਈ ਸਿਚੁਏਸ਼ਨ ਉਹਨਾਂ ਦੇ ਸਾਹਮਣੇ ਅਗਰ ਆਏਗੀ, ਅਚਾਨਕ ਕੋਈ ਸਵਾਲ ਪੁੱਛਿਆ ਜਾਏਗਾ ਅੰਗਰੇਜ਼ੀ ਤੋਂ, ਤਾਂ ਉਹ ਜਵਾਬ ਨਹੀਂ ਦੇ ਪਾਣਗੇ। ਇਸ ਕਰਕੇ ਉਹ ਸੈਂਟਰਾਂ 'ਚ ਬੈਠੇ ਆ। ਪਰ ਅਸੀਂ ਓਪਨ ਚੈਲੰਜ ਲੈ ਰਹੇ ਹਾਂ, ਓਪਨ ਯਾਰਡ ਕਲਾਸਿਸ ਦਾ ਕਲਚਰ ਪੰਜਾਬ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਵਜ੍ਹਾ ਨਾਲ ਅਸੀਂ ਇਸ ਨੂੰ ਇੱਕ ਮਿਸ਼ਨ ਦਾ ਨਾਮ ਦਿੱਤਾ ਹੈ, ਆਰਡੀ ਕਲੱਬ ਅਸੀਂ ਇਸ ਨੂੰ ਬਣਾਇਆ ਹੈ, ਕਿਉਂਕਿ ਇਹ ਕਲੱਬ ਅਜਿਹਾ ਹੋਏਗਾ ਜੋ ਘਰ ਘਰ ਜਾ ਕੇ ਲੋਕਾਂ ਨੂੰ ਅੰਗਰੇਜ਼ੀ ਸਿਖਾਏਗਾ। ਪਰ ਉੱਥੇ ਸਟਰੈਂਥ ਚਾਹੀਦੀ ਹੈ 200-250 ਸਟੂਡੈਂਟ ਦੀ, ਜੋ ਤੁਹਾਨੂੰ ਬਣਾਉਣੀ ਜ਼ਰੂਰੀ ਹੈ, ਕਿਉਂਕਿ ਜੋ ਟੀਚਰ ਆਏਗਾ ਪੈਟਰੋਲ ਦਾ ਖਰਚਾ ਕਰੇਗਾ, ਉਸਨੇ ਆਪਣਾ ਘਰ ਵੀ ਚਲਾਉਣਾ ਹੈ, ਤੇ ਉਹ ਥੋੜਾ ਬਹੁਤ ਖਰਚਾ ਯਾਨੀ ਕਿ ਥੋੜੀ ਬਹੁਤ ਇਨਕਮ ਤੁਹਾਡੇ ਤੋਂ ਲੈ ਸਕੇ, ਤਾਂ ਕਿ ਉਹਦਾ ਘਰ ਦਾ ਖਰਚਾ ਵੀ ਚੱਲਦਾ ਰਹੇ ਤੇ ਪੰਜਾਬ ਦੇ ਵਿੱਚੋਂ ਅੰਗਰੇਜ਼ੀ ਦੇ ਡਰ ਨੂੰ, ਅੰਗਰੇਜ਼ੀ ਦੇ ਵਪਾਰ ਨੂੰ ਖਤਮ ਕਰਨ ਦੇ ਵਿੱਚ ਅਸੀਂ ਇੱਕ ਵੱਡਾ ਯੋਗਦਾਨ ਪਾ ਸਕੀਏ। ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਤੁਸੀਂ ਸਾਡਾ ਸਾਥ ਦਿਓਗੇ। ਅਗਰ ਤੁਸੀਂ ਆਫਲਾਈਨ ਨਹੀਂ ਪੜ੍ਹਨਾ ਚਾਹੁੰਦੇ, ਅਗਰ ਤੁਸੀਂ ਆਨਲਾਈਨ ਪੜ੍ਹਨਾ ਚਾਹੁੰਦੇ ਹੋ, ਤਾਂ ਤੁਸੀਂ 5 ਸਟੂਡੈਂਟ ਦਾ ਗਰੁੱਪ ਬਣਾ ਕੇ ਤੇ ਫੀਸ ਪੇ ਕਰਕੇ 1 ਮਹੀਨਾ ਸਾਨੂੰ ਤੁਸੀਂ ਅਜਮਾ ਸਕਦੇ ਹੋ। ਅਗਰ ਤੁਹਾਨੂੰ ਸਾਡੇ ਅੰਦਰ ਕਾਬਲੀਅਤ ਨਜ਼ਰ ਆਵੇ, ਤੁਹਾਨੂੰ ਸਾਡੇ ਅੰਦਰ ਮਜ਼ਾਕ ਨਜ਼ਰ ਆਵੇ, ਤੁਹਾਨੂੰ ਸਾਡੇ ਅੰਦਰ ਬਰਡਨ ਬਿਲਕੁਲ, ਬੋਰੀਅਤ ਬਿਲਕੁਲ ਨਜ਼ਰ ਨਾ ਆਵੇ, ਤੁਹਾਨੂੰ ਲੱਗੇ ਕਿ ਇਹ ਲੋਕ ਹੈਗੇ ਹੈ ਜਿਹੜੇ ਸੱਚੀ ਅੰਗਰੇਜ਼ੀ ਸਿਖਾ ਸਕਦੇ ਆ, ਤਾਂ ਤੁਸੀਂ ਸਾਡੇ ਨਾਲ ਕੰਟੀਨਿਊ ਕਰ ਸਕਦੇ ਹੋ। ਅਦਰਵਾਈਜ਼ ਦੇਸ਼ ਆਜ਼ਾਦ ਹੋਏ ਨੂੰ ਬਹੁਤ ਟਾਈਮ ਹੋ ਚੁੱਕਿਆ। 1947 ਵਿੱਚ ਦੇਸ਼ ਆਜ਼ਾਦ ਹੋਇਆ ਸੀ। ਸੋਚ ਲੈਣਾ ਕਿ 150 ਰੁਪਇਆ ਮੇਰਾ ਵੇਸਟ ਹੋ ਗਿਆ, ਪਰ ਇਹ ਸੋਚਣ ਦੀ ਨੌਬਤ ਨਹੀਂ ਆਏਗੀ। ਤੁਸੀਂ ਇੱਕ ਵਾਰ ਸਾਡੇ ਨਾਲ ਜੁੜੋਗੇ ਤੇ ਲਾਈਫ ਟਾਈਮ ਸਾਡੇ ਨਾਲ ਜੁੜੇ ਰਹੋਗੇ, ਮੈਂ ਇਸ ਗੱਲ ਦਾ ਵਾਅਦਾ ਕਰਦਾ, ਕਿਉਂਕਿ ਅਸੀਂ ਅੰਗਰੇਜ਼ੀ ਨੂੰ ਰੱਟਿਆਂ ਤੋਂ ਦੂਰ ਕੀਤਾ ਹੈ, ਅਸੀਂ ਅੰਗਰੇਜ਼ੀ ਨੂੰ ਕਿਤਾਬਾਂ ਤੋਂ ਦੂਰ ਕੀਤਾ ਹੈ, ਅਸੀਂ ਅੰਗਰੇਜ਼ੀ ਨੂੰ ਕਲਾਸਰੂਮ ਤੋਂ ਬਾਹਰ ਕੱਢਿਆ ਹੈ, ਅਸੀਂ ਅੰਗਰੇਜ਼ੀ ਦੇ ਡਰ ਨੂੰ ਖਤਮ ਕਰਨ ਵਿੱਚ ਪੂਰਾ ਜ਼ੋਰ ਲਗਾਤਾ ਹੈ। ਯਾਨੀ ਕਿ ਉਸ ਦੀ ਟੈਨਸ਼ਨ ਨੂੰ ਜੋਕ ਦੇ ਵਿੱਚ, ਉਸ ਦੀ ਟੈਨਸ਼ਨ ਨੂੰ ਮਜ਼ਾਕ ਦੇ ਵਿੱਚ, ਉਸ ਦੀ ਟੈਨਸ਼ਨ ਨੂੰ ਲੌਜਿਕ ਦੇ ਵਿੱਚ, ਉਸ ਦੀ ਟੈਨਸ਼ਨ ਨੂੰ ਸਟੋਰੀਜ਼ ਦੇ ਵਿੱਚ, ਪੋਇਮ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਫੋਟੋ ਦੇ ਵਿੱਚ ਕਨਵਰਟ ਕਰਤਾ ਹੈ, ਜੋ ਅੰਗਰੇਜ਼ ਵੀ ਨਹੀਂ ਕਰ ਪਾਏ। ਦੋਸਤੋ, ਸਮਝਣ ਵਾਲੀ ਗੱਲ ਹੈ, ਅੰਗਰੇਜ਼ੀ ਪਿਛਲੇ 200 ਸਾਲਾਂ ਤੋਂ ਸਿੱਖੀ ਜਾ ਰਹੀ ਹੈ ਸਾਡੇ ਦੇਸ਼ ਦੇ ਵਿੱਚ, ਤੇ ਅੰਗਰੇਜ਼ਾਂ ਦੀ ਅੰਗਰੇਜ਼ੀ ਸਾਨੂੰ ਸਮਝ ਨਹੀਂ ਆਉਂਦੀ ਤੇ ਅੰਗਰੇਜ਼ਾਂ ਨੂੰ ਸਾਡੀ ਅੰਗਰੇਜ਼ੀ ਸਮਝ ਨਹੀਂ ਆਉਂਦੀ, ਤਾਂ ਫਿਰ ਵਿਚਾਰ ਕਰਨ ਵਾਲੀ ਗੱਲ ਹੈ ਕਿ ਪਿਛਲੇ 200 ਸਾਲ ਤੋਂ ਅਸੀਂ ਸਿੱਖ ਕੀ ਰਹੇ ਹਾਂ। ਅੰਗਰੇਜ਼ਾਂ ਦੇ ਸਾਹਮਣੇ, ਅੰਗਰੇਜ਼ੀ ਕੰਟਰੀਆਂ ਦੇ ਵਿੱਚ, ਇੰਗਲਿਸ਼ ਕੰਟਰੀਆਂ ਦੇ ਵਿੱਚ ਬੱਚੇ ਜਾਂਦੇ ਨੇ ਤੇ ਅਕਸਰ ਜਦੋਂ ਵਾਪਸ ਆਉਂਦੇ ਨੇ ਤਾਂ ਉਹ ਹਮੇਸ਼ਾ ਇੱਕ ਸ਼ਿਕਾਇਤ ਕਰਦੇ ਨੇ ਕਿ ਜੋ ਅਸੀਂ ਇੱਥੇ ਸਿੱਖਿਆ ਸੀ ਉੱਥੇ ਸਾਡੇ ਕੋਈ ਕੰਮ ਨਹੀਂ ਆਇਆ। ਦੋਸਤੋ, ਲੱਖ ਰੁਪਇਆ ਲਗਾ ਕੇ, 50,000 ਰੁਪਇਆ, 25,000 ਰੁਪਇਆ ਲਗਾ ਕੇ ਫਿਰ ਸਿੱਖਿਆ ਕੀ? 1 ਸਾਲ, 2 ਸਾਲ, 5 ਸਾਲ, 15 ਸਾਲ ਦੇ ਕੇ ਤੁਸੀਂ ਸਿੱਖਿਆ ਕੀ? ਵਿਚਾਰ ਕਰਨਾ। ਮੇਰਾ ਸਵਾਲ ਬੜਾ ਤੰਜ ਕਸਣ ਵਾਲਾ ਹੈ ਆਪਣੇ ਐਜੂਕੇਸ਼ਨ ਸਿਸਟਮ ਦੇ ਉੱਤੇ, ਜੋ ਪੈਸੇ ਵੀ ਲੈ ਰਿਹਾ ਹੈ, ਸਮਾਂ ਵੀ ਲੈ ਰਿਹਾ ਹੈ, ਸੁਪਨੇ ਵੀ ਖੋ ਰਿਹਾ ਹੈ, ਸਾਨੂੰ ਸਾਡੀ ਮੰਜ਼ਿਲ ਤੋਂ ਦੂਰ ਵੀ ਕਰ ਰਿਹਾ ਹੈ, ਫਿਰ ਵੀ ਸਾਨੂੰ ਉਹ ਨਹੀਂ ਦੇ ਰਿਹਾ ਜੋ ਸਾਡੇ ਕੋਲੇ ਹੋਣਾ ਚਾਹੀਦਾ ਸੀ। ਮਤਲਬ ਅੰਗਰੇਜ਼ਾਂ ਦੀ ਅੰਗਰੇਜ਼ੀ। ਵਿਚਾਰ ਕਰਕੇ ਦੇਖੋ, ਕੋਈ ਪੰਜਾਬ ਦੇ ਵਿੱਚ ਪੰਜਾਬੀ ਸਿੱਖ ਕੇ ਬਾਹਰ ਤੋਂ ਇੱਥੇ ਆਵੇ ਤੇ ਪੰਜਾਬੀਆਂ ਨੂੰ ਉਹਦੀ ਪੰਜਾਬੀ ਨਾ ਸਮਝ ਆਵੇ, ਕੀ ਸਿੱਖਿਆ ਉਸ ਬੰਦੇ ਨੇ? ਇਹ ਗੱਲ ਤੁਹਾਡੇ ਤੇ ਲਾਗੂ ਕਰਕੇ ਦੇਖੀਏ। ਤੁਸੀਂ ਪਿਛਲੇ 5 ਸਾਲ, 2 ਸਾਲ, 6 ਮਹੀਨੇ ਤੋਂ ਅੰਗਰੇਜ਼ੀ ਸਿੱਖ ਰਹੇ ਹੋ, ਪਰ ਅੰਗਰੇਜ਼ਾਂ ਦੀ ਅੰਗਰੇਜ਼ੀ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਅੰਗਰੇਜ਼ਾਂ ਨੂੰ ਤੁਹਾਡੀ ਅੰਗਰੇਜ਼ੀ ਸਮਝ ਨਹੀਂ ਆਉਂਦੀ, ਤਾਂ ਫਿਰ ਤੁਸੀਂ ਸਿੱਖਿਆ ਕੀ ਹੈ? ਇਟ ਮੀਨਸ ਅੰਗਰੇਜ਼ੀ ਤਾਂ ਨਹੀਂ ਸਿੱਖੀ। ਤੁਸੀਂ ਸਹੀ ਰਸਤੇ ਤੇ ਨਹੀਂ ਹੋ। ਤੁਸੀਂ ਸਹੀ ਰਸਤੇ ਤੇ ਹੋ ਵੀ ਨਹੀਂ ਤੇ ਤੁਹਾਨੂੰ ਲੋਕ ਸਹੀ ਰਸਤੇ ਤੇ ਲੈ ਕੇ ਵੀ ਨਹੀਂ ਆਉਣਾ ਚਾਹੁੰਦੇ, ਜਿਨ੍ਹਾਂ ਨੇ ਇਸ ਨੂੰ ਵਪਾਰ ਬਣਾਇਆ ਹੋਇਆ ਹੈ, ਜਿਨ੍ਹਾਂ ਨੇ ਤੁਹਾਡੇ ਤੋਂ ਪੈਸਾ ਕਮਾਉਣਾ ਹੈ, ਆਪਣੀ ਜੇਬਾਂ ਭਰਨੀਆਂ। ਇਸੇ ਵਜ੍ਹਾ ਨਾਲ ਅਸੀਂ ਇਸ ਡਰ ਨੂੰ ਖਤਮ ਕਰਨ ਲਈ ਅਸੀਂ ਤੁਹਾਨੂੰ ਇਹ ਸਿਰਫ 5 ਰੁਪਏ ਪ੍ਰਤੀ ਦਿਨ ਦੇ ਵਿੱਚ ਪੜਾਵਾਂਗੇ। ਇਹ ਵੀ ਸਾਡੀ ਮਜਬੂਰੀ ਹੈ, ਕਿਉਂਕਿ ਲੋਕ ਜਦੋਂ ਬਿਲਕੁਲ ਫ੍ਰੀ ਕਰ ਦਿੱਤਾ ਜਾਵੇ ਤਾਂ ਸੀਰੀਅਸਲੀ ਨਹੀਂ ਲੈਂਦੇ, ਤੇ ਜਿਹੜੇ ਟੀਚਰ ਤੁਹਾਡੇ ਕੋਲੇ ਆਣਗੇ ਉਹਨਾਂ ਦੇ ਘਰ-ਬਾਰ ਹੈਗੇ, ਉਹਨਾਂ ਦੇ ਖਰਚਾ ਕਿਵੇਂ ਚੱਲੇਗਾ? ਸੋ ਦੋਸਤੋ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, 1 ਮਹੀਨੇ ਦੇ ਵਿੱਚ ਅੰਗਰੇਜ਼ਾਂ ਦੀ ਅੰਗਰੇਜ਼ੀ 30% ਤੋਂ ਜ਼ਿਆਦਾ ਤੁਹਾਨੂੰ ਸਮਝ ਆਉਣ ਲੱਗ ਜਾਏਗੀ। ਯਾਨੀ ਕਿ ਤੁਹਾਡੀ ਲਿਸਨਿੰਗ ਇੰਨੀ ਕੁਆਲੀਫਾਈ ਹੋ ਜਾਏਗੀ ਕਿ ਤੁਸੀਂ ਸੋਚੋਗੇ ਮਜ਼ਾ ਆ ਗਿਆ। ਤੁਸੀਂ ਕੁਆਲੀਫਾਈ ਕਰ ਪਾਓਗੇ
30% ਅੰਗਰੇਜ਼ੀ ਸਮਝਣ ਦੇ ਵਿੱਚ 1 ਮਹੀਨੇ ਦੇ ਵਿੱਚ। ਔਰ ਇਹ ਚਮਤਕਾਰ ਹੋ ਸਕਦਾ ਹੈ ਅਗਰ ਤੁਸੀਂ ਮੇਰੇ ਨਾਲ ਜੁੜਦੇ ਹੋ, ਮੇਰੇ ਨਾਲ ਆ ਕੇ ਖੜੇ ਹੁੰਦੇ ਹੋ ਔਰ ਜੋ ਮੈਂ ਦੱਸਦਾ ਹਾਂ ਉਹ ਕਰਦੇ ਹੋ। ਮਤਲਬ ਕਿ ਤੁਸੀਂ ਅਗਰ ਵਿਚਾਰ ਕਰ ਰਹੇ ਹੋ ਕਿ 1.5 ਘੰਟੇ ਦੀ ਕਲਾਸ 1 ਮਹੀਨੇ ਦੇ ਵਿੱਚ ਤੁਹਾਨੂੰ ਅੰਗਰੇਜ਼ੀ ਸਿਖਾ ਦੇਗੀ, 6 ਮਹੀਨਿਆਂ ਦੇ ਵਿੱਚ, 1 ਸਾਲ ਦੇ ਵਿੱਚ ਨਹੀਂ ਹੋਏਗਾ। ਪ੍ਰੋਪਰ ਅੱਛਾ ਟ੍ਰੇਨਰ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਤੇ ਤੁਹਾਡਾ ਲਗਨ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਤੁਸੀਂ 5 ਘੰਟੇ ਦੇ ਸਕੋ 1 ਮਹੀਨੇ ਤੱਕ। ਅਗਲੇ ਮਹੀਨੇ ਦੇ ਵਿੱਚ ਤੁਸੀਂ 2.5 ਘੰਟੇ ਦੇ ਵਿੱਚ ਉਹ ਗੇਨ ਕਰੋਗੇ ਜੋ ਤੁਸੀਂ ਪਹਿਲੇ ਮਹੀਨੇ 5 ਘੰਟਿਆਂ ਦੇ ਵਿੱਚ ਗੇਨ ਕੀਤਾ ਹੈ। ਔਰ ਅਗਰ ਤੁਸੀਂ ਆਨਲਾਈਨ ਪੜ੍ਹਦੇ ਹੋ ਤਾਂ 1 ਘੰਟੇ ਦੇ ਵਿੱਚ ਵੀ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਅਸੀਂ ਵੱਧ ਤੋਂ ਵੱਧ ਦੇ ਸਕੀਏ। ਸੋ ਦੋਸਤੋ, ਜ਼ਿਆਦਾ ਦੇਰ ਨਾ ਕਰੋ, ਆਪਣੀ ਸ਼ੀਟ, ਆਪਣੇ ਗਰੁੱਪ ਦੀ ਸ਼ੀਟ ਹੁਣੇ ਬੁੱਕ ਕਰੋ ਕਿਉਂਕਿ 1 ਤਾਰੀਖ ਤੋਂ ਬਾਅਦ ਬਹੁਤ ਰਸ਼ ਹੋਣ ਵਾਲਾ ਹੈ। ਇਹ ਦਿਖਾਏਗਾ ਕਿ ਤੁਸੀਂ ਸਾਡਾ ਸਾਥ ਕਿੰਨਾ ਦਿੰਦੇ ਹੋ ਔਰ ਅਸੀਂ ਤੁਹਾਨੂੰ ਕਿੰਨੀ ਅੰਗਰੇਜ਼ੀ ਸਿਖਾਉਣ ਦੇ ਵਿੱਚ ਸਫਲ ਹੁੰਦੇ ਹਾਂ। ਗਾਰੰਟੀ ਹੈ, ਲੌਜਿਕ ਰਹੇਗਾ, ਇਮੇਜ ਰਹੇਗੀ, ਕਹਾਣੀ ਰਹੇਗੀ ਔਰ ਕਵਿਤਾਵਾਂ ਰਹਿਣਗੀਆਂ। ਸਭ ਤੋਂ ਵੱਡੀ ਗੱਲ, ਮਜ਼ਾਕ ਰਹੇਗਾ, ਹੱਸੀ ਰਹੇਗੀ। ਇੰਗਲਿਸ਼ ਦੀ ਡਿਲੀਵਰੀ ਇੰਨੀ ਜ਼ਬਰਦਸਤ ਹੋਏਗੀ ਕਿ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਤੁਹਾਨੂੰ ਅੰਗਰੇਜ਼ੀ ਸਿਖਾਈ ਜਾ ਰਹੀ ਹੈ। ਸੋ ਦੋਸਤੋ, ਦੇਰ ਨਾ ਕਰੋ, ਆਪਣੇ ਗ੍ਰਾਮਰ ਦੇ ਸੈਂਟੈਂਸ ਸੋਚ ਕੇ ਬੋਲਣ ਵਾਲੇ ਮੈਥਡ ਨੂੰ ਛੱਡਦੇ ਹੋਏ ਸਾਡੇ ਕੋਲੇ ਆ ਕੇ ਡਾਇਰੈਕਟ ਅੰਗਰੇਜ਼ੀ ਸੋਚਣਾ ਤੇ ਡਾਇਰੈਕਟ ਬੋਲਣਾ ਸ਼ੁਰੂ ਕਰੋ। ਔਰ ਸਭ ਤੋਂ ਵੱਡੀ ਗੱਲ, ਬਿਨਾਂ ਸੋਚੇ ਬੋਲਣਾ ਅੰਗਰੇਜ਼ੀ ਸ਼ੁਰੂ ਕਰੋ। ਇਹ ਪਹਿਲੇ ਦਿਨ ਤੋਂ ਹੀ ਹੋ ਸਕਦਾ ਹੈ ਅਗਰ ਜੇ ਤੁਸੀਂ ਸਾਡੇ ਨਾਲ ਕੰਮ ਕਰਨਾ ਸ਼ੁਰੂ ਕਰਦੇ ਹੋ, ਯਾਨੀ ਕਿ ਸਾਡੇ ਤੋਂ ਕੋਚਿੰਗ ਲੈਣਾ ਸ਼ੁਰੂ ਕਰਦੇ ਹੋ, ਫਨ ਜੋਕਸ ਨਾਲ ਅੰਗਰੇਜ਼ੀ ਸਿੱਖਣਾ ਸ਼ੁਰੂ ਕਰਦੇ ਹੋ, ਕਵਿਤਾਵਾਂ ਨਾਲ ਅੰਗਰੇਜ਼ੀ ਸਿੱਖਣਾ ਸ਼ੁਰੂ ਕਰਦੇ ਹੋ, ਕਹਾਣੀਆਂ ਨਾਲ ਅੰਗਰੇਜ਼ੀ ਸਿੱਖਣਾ ਸ਼ੁਰੂ ਕਰਦੇ ਹੋ ਔਰ ਪਾਵਰ ਆਫ ਸੈਲਫ ਗਰੁੱਪ ਟਾਕਿੰਗ ਦੀ ਅਗਰ ਤੁਸੀਂ ਸਮਝਦੇ ਹੋ ਤਾਂ ਤੁਸੀਂ ਬਹੁਤ ਜਲਦੀ ਕਾਮਯਾਬ ਹੋਵੋਗੇ। ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਔਰ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਕੁਝ ਅਜਿਹਾ ਹੀ ਮਸਾਲੇਦਾਰ, ਮਜ਼ੇਦਾਰ ਲੈ ਕੇ ਆਉਂਗਾ। ਉਮੀਦ ਕਰੂੰਗਾ ਕਿ ਤੁਸੀਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋਗੇ ਔਰ ਅਗਰ ਤੁਹਾਨੂੰ ਸਾਡੀ ਵਿਚਾਰ, ਸਾਡਾ ਆਈਡੀਆ, ਸਾਡਾ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਵੀ ਕਰੋਗੇ ਔਰ ਸਭ ਤੋਂ ਵੱਡੀ ਗੱਲ, ਤੁਸੀਂ ਇਸ ਵੀਡੀਓ ਨੂੰ ਲੋਕਾਂ ਤੱਕ ਸ਼ੇਅਰ ਕਰੋਗੇ ਤਾਂ ਕਿ ਬਹੁਤ ਸਾਰੇ ਪੰਜਾਬੀਆਂ ਦਾ ਭਲਾ ਹੋ ਸਕੇ ਔਰ ਉਹ ਵੀ ਅੰਗਰੇਜ਼ੀ ਸਿੱਖ ਸਕਣ ਅੰਗਰੇਜ਼ਾਂ ਵਾਲੀ, ਨਾ ਕਿ ਅੰਗਰੇਜ਼ੀ ਸਿੱਖ ਸਕਣ ਪੰਜਾਬੀਆਂ ਵਾਲੀ। ਪੰਜਾਬੀਆਂ ਵਾਲੀ ਅੰਗਰੇਜ਼ੀ ਤੁਸੀਂ ਹੁਣ ਤੱਕ ਸਿੱਖਦੇ ਆਏ ਹੋ। ਅਗਰ ਤੁਸੀਂ ਅੰਗਰੇਜ਼ਾਂ ਦੀ ਅੰਗਰੇਜ਼ੀ ਅੰਗਰੇਜ਼ਾਂ ਵਾਂਗੂ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਆਓ ਸ਼ੁਰੂ ਕਰਦੇ ਹਾਂ। ਥੈਂਕ ਯੂ ਵੈਰੀ ਮਚ।